ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਧਨਾਸਰੀ ਰਾਗ ਦੀਆਂ ਅਸ਼ਟਪਦੀਆਂ ਪ੍ਰਾਰੰਭ ਹੋ ਰਹੀਆਂ ਹਨ, ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ, ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਧਨਾਸਰੀ ਹੈ। ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪਾਵਨ ਅਸ਼ਟਪਦੀਆਂ ਨੇ, ਜੋ ਦੂਸਰੇ ਘਰ ਸੁਰ ਤਾਲ ਵਿੱਚ ਗਾਉਣ ਦਾ ਹੁਕਮ ਹੈ। ਮੰਗਲਾਚਰਨ ਕਰਦੇ ਹਨ। ਅਕਾਲ ਪੁਰਖ ਇੱਕ ਅਦੁੱਤੀ ਹੈ, ਓੰਕਾਰ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਗੁਰ ਸਾਗਰ ਰਤਨੀ ਭਰ ਪੂਰੇ। ਗੁਰੂ ਸਮੁੰਦਰ ਹੈ ਭਾਈ। ਜਿਵੇਂ ਸਮੁੰਦਰ ਦਾ ਅੰਤ ਨਹੀਂ ਪੈਂਦਾ, ਤੈਸੇ ਗੁਰੂ ਸਮੁੰਦਰ ਦਾ ਵੀ ਅੰਤ ਨਹੀਂ। ਗੁਰੂ ਸਾਗਰ ਹੈ, ਗੁਰੂ ਸਮੁੰਦਰ ਹੈ। ਜਾਂ ਇਸ ਤਰ੍ਹਾਂ ਕਹਿ ਲਈਏ, ਗੁਰੂ ਦੇ ਇੱਕ ਰੋਮ ਦੇ ਵਿੱਚ ਇਹੋ ਜਿਹੇ ਕਰੋੜਾਂ ਸਮੁੰਦਰ ਨੇ ਜਿਹੜੇ ਸੰਸਾਰ ਵਿੱਚ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਗਰ ਸਮਾਨ ਗਹਿਰੇ ਨੇ, ਡੂੰਘੇ ਨੇ। ਗੁਰੂ ਸਾਗਰ, ਗੁਰੂ ਸਮੁੰਦਰ। ਹੁਣ ਜਿਵੇਂ ਸਾਗਰ ਵਿੱਚ ਰਤਨ ਨੇ, ਤੈਸੇ ਗੁਰੂ ਸਾਗਰ ਦੇ ਵਿੱਚ ਵੀ ਰਤਨ ਨੇ, ਬੜੇ ਕੀਮਤੀ ਰਤਨ। ਅਸੀਂ ਕਦੇ ਖੋਜਣ ਦਾ ਯਤਨ ਨਹੀਂ ਕੀਤਾ, ਲੱਭਣ ਦਾ ਯਤਨ ਨਹੀਂ ਕੀਤਾ। ਸਤਿਗੁਰਾਂ ਦੇ ਅੰਦਰ ਬੇਅੰਤ ਹੀ ਕੀਮਤੀ ਰਤਨ ਹੀਰੇ ਸ਼ਬਦ ਪੰਨੇ ਭਰੇ ਪਏ ਨੇ। ਜਿਹੜਾ ਖੋਜੀ ਹੈ ਉਹ ਇਹਨਾਂ ਰਤਨਾਂ ਨੂੰ ਕੱਢ ਲੈਂਦਾ ਹੈ। ਜਿਹੜਾ ਖੋਜ ਕਰਨ ਵਾਲਾ ਹੈ ਉਹ ਪ੍ਰਾਪਤ ਕਰ ਲੈਂਦਾ ਹੈ, ਤੇ ਜਿਹਨੇ ਖੋਜਣਾ ਹੀ ਨਹੀਂ, ਜਿਹਨੂੰ ਪਤਾ ਹੀ ਨਹੀਂ ਮਹੱਤਤਾ ਦਾ, ਸੋਭਾ ਦਾ, ਵਡਿਆਈ ਦਾ, ਉਹ ਕਿਵੇਂ ਹਾਸਲ ਕਰੇ। ਤੋ ਗੁਰੂ ਸਮੁੰਦਰ ਹੈ। ਗੁਰੂ ਵਿੱਚ ਸਾਰੇ ਕੀਮਤੀ ਰਤਨ ਨੇ। ਸਤ, ਸੰਤੋਖ, ਦਇਆ, ਖਿਮਾ, ਜਿਤਨੇ ਸ਼ੁਭ ਗੁਣ ਨੇ, ਧੀਰਜ ਆਦਿਕ, ਇਹ ਸਾਰੇ ਸ਼ੁਭ ਗੁਣਾਂ ਦੇ ਰਤਨ ਗੁਰੂ ਰੂਪੀ ਸਮੁੰਦਰ ਵਿੱਚ ਨੇ। ਜੀਵਨ ਜੁਗਤ ਕਿਹੋ ਜਿਹੀ ਹੋਵੇ, ਜੀਵਨ ਜਾਂਚ ਕਿਹੋ ਜਿਹੀ ਹੋਵੇ, ਉਹਦੀ ਇੱਕ ਇੱਕ ਬਾਤ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਪਰੋ ਕੇ ਸਾਨੂੰ ਦਿੱਤੀ ਹੈ। ਜਨਮ ਤੋਂ ਲੈ ਕੇ ਮਰਨ ਪਰਯੰਤ ਤੱਕ ਸਾਡਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਖਾਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਪਹਿਰਾਵਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਬੋਲ ਬਾਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕਰਨੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਰਹਿਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਗੁਰਬਾਣੀ ਵਿੱਚ ਸਭ ਕੁਝ ਹੈ। ਪਰ ਅਸੀਂ ਕਦੇ ਗੁਰਬਾਣੀ ਨੂੰ ਖੋਜਣ ਦਾ ਯਤਨ ਨਹੀਂ ਕੀਤਾ। ਗੁਰਬਾਣੀ 'ਚ ਕੀਮਤੀ ਰਤਨ ਹਨ। ਇੱਕ ਇੱਕ ਸ਼ਬਦ ਕੀਮਤੀ ਰਤਨਾਂ ਨਾਲ ਭਰਿਆ ਹੋਇਆ। ਇਸ ਕਰਕੇ ਭਾਈ ਇਹ ਗੱਲ ਸਾਰੇ ਆਪਣੇ ਹਿਰਦੇ 'ਚ ਪੱਕੇ ਤੌਰ ਤੇ ਜਾਣ ਲਓ ਕਿ ਗੁਰੂ ਸਾਗਰ ਹੈ ਔਰ ਕੀਮਤੀ ਰਤਨਾਂ ਨਾਲ ਭਰਪੂਰ ਹੈ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਜਿਹੜੇ ਸੰਤ ਜਨ ਨੇ, ਉਹਨਾਂ ਕੀਮਤੀ ਸ਼ੁਭ ਗੁਣਾ ਰੂਪੀ ਰਤਨਾਂ ਨੂੰ, ਜਾਂ ਇਸ ਤਰ੍ਹਾਂ ਕਹਿ ਲਈਏ, ਇਹ ਜਿਹੜੇ ਅੰਮ੍ਰਿਤ ਰੂਪੀ ਸ਼ੁਭ ਗੁਣ ਨੇ, ਕਿਉਂਕਿ ਗੁਣ ਕਦੇ ਨਹੀਂ ਵਿਨਸਦੇ, ਗੁਣ ਸदैव ਹੀ ਰਹਿੰਦੇ ਆ। ਗੁਣ ਰੱਬ ਦੇ ਨੇ ਨਾ। ਤੂੰ ਇਹ ਅੰਮ੍ਰਿਤ ਰੂਪ ਗੁਣ ਨੇ। ਇਹਨਾਂ ਅੰਮ੍ਰਿਤ ਰੂਪੀ ਗੁਣਾਂ ਨੂੰ ਰੱਬ ਦੇ ਪਿਆਰੇ ਸੰਤ ਜਨ ਚੁਗਦੇ ਨੇ। ਉਹ ਆਪਣੇ ਗੁਰੂ ਰੂਪੀ ਸਾਗਰ ਨੂੰ ਛੱਡ ਕੇ ਦੂਰ ਨਹੀਂ ਜਾਂਦੇ, ਯਾਨੀ ਕਿ ਬੇਮੁਖ ਨਹੀਂ ਹੁੰਦੇ ਗੁਰੂ ਤੋਂ। ਗੁਰੂ ਤੋਂ ਕਦੇ ਬੇਮੁਖ ਨਹੀਂ ਹੁੰਦੇ। ਹਮੇਸ਼ਾ ਗੁਰੂ ਦੇ ਸਨਮੁਖ ਰਹਿ ਕੇ ਸਤਿਗੁਰਾਂ ਵਿੱਚੋਂ ਇਹਨਾਂ ਕੀਮਤੀ ਸ਼ੁਭ ਗੁਣਾਂ ਨੂੰ ਪ੍ਰਾਪਤ ਕਰਦੇ। ਉਹ ਕਦੇ ਗੁਰੂ ਤੋਂ ਬੇਮੁਖ ਹੋ ਕਰਕੇ ਦੂਰ ਨਹੀਂ ਜਾਂਦੇ। ਹਰ ਰਸ ਚੋਗ ਚੁਗ ਹੈ
ਪ੍ਰਭ ਭਾਵੈ। ਜਿਹੜੇ ਹਰੀ ਦੇ ਇਸ ਨਾਮ ਰਸ ਦੇ ਚੋਗੇ ਨੂੰ ਚੁਗਦੇ ਨੇ ਉਹੀ ਹਰੀ ਨੂੰ ਪਾਉਂਦੇ ਆ, ਉਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦੇ ਹਨ ਜਿਹੜੇ ਹਰੀ ਦੇ ਇਸ ਨਾਮ ਰਸ ਦੇ ਚੋਗੇ ਨੂੰ ਚੁਗਦੇ ਹਨ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਇਹ ਭਾਈ, ਇਹ ਜਿਹੜੀ ਸਾਧ ਸੰਗਤ ਹੈ ਇਹਨੂੰ ਸਰਵਰ ਕਹਿ ਸਕਦੇ ਆ, ਸਰਵਰ ਸਰੋਵਰ, ਮਾਨ ਸਰੋਵਰ। ਸਾਧ ਸੰਗਤ ਰੂਪੀ ਇਸ ਮਾਨ ਸਰੋਵਰ ਵਿੱਚ ਜਿਹੜੇ ਗੁਰਸਿੱਖ ਆਉਂਦੇ ਨੇ ਉਹ ਹੰਸਾਂ ਦੇ ਸਮਾਨ ਨੇ, ਔਰ ਹੰਸਾਂ ਨੂੰ ਇਸੇ ਸਾਧ ਸੰਗਤ ਰੂਪੀ ਮਾਨਸਰ ਸਰੋਵਰ ਵਿੱਚੋਂ ਆਪਣੇ ਪ੍ਰਾਣਾਂ ਦਾ ਪਤੀ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਜਿਵੇਂ ਹੰਸ ਨੂੰ ਮਾਨ ਸਰੋਵਰ ਵਿੱਚੋਂ ਆਪਣੀ ਖੁਰਾਕ ਮਿਲਦੀ ਹੈ, ਤੈਸੇ ਹੰਸਾਂ ਸਮਾਨ ਬਿਰਤੀ ਰੱਖਣ ਵਾਲੇ ਗੁਰਸਿੱਖਾਂ ਨੂੰ ਸਾਧ ਸੰਗਤ ਰੂਪੀ ਮਾਨ ਸਰੋਵਰ ਵਿੱਚੋਂ ਪ੍ਰਾਣਾਂ ਦਾ ਪਤੀ ਰੱਬ ਪ੍ਰਾਪਤ ਹੁੰਦਾ, ਪਰਮੇਸ਼ਰ ਪ੍ਰਾਪਤ ਹੁੰਦਾ ਹੈ। ਉਹ ਅਕਾਲ ਪੁਰਖ ਦੇ ਪਾਵਨ ਪਵਿੱਤਰ ਸਵਰੂਪ ਨੂੰ ਆਪਣੇ ਹਿਰਦੇ 'ਚ ਸਾਖਸ਼ਾਤਕਾਰ ਕਰਦੇ ਹਨ। ਕਿਆ ਬਗ ਬਪੜਾ ਛਪੜੀ ਨਾਏ। ਦੂਜੇ ਪਾਸੇ ਜਿਹੜੇ ਬਗਲੇ ਨੇ ਪਖੰਡੀ, ਗੁਰੂ ਤੋਂ ਵੇਮੁਖ ਹੋ ਕੇ ਜਿਹੜੇ ਬਾਹਰ ਹੀ ਭਟਕਦੇ ਤੇ ਭਰਮਦੇ ਫਿਰਦੇ ਨੇ, ਕਹਿੰਦੇ ਉਹਨਾਂ ਨੇ ਛਪੜੀ 'ਚ ਨਹਾਉਣਾ ਤੇ ਛਪੜੀ 'ਚ ਨਹਾ ਕੇ ਉਹਨਾਂ ਨੂੰ ਕੀ ਮਿਲਣਾ, ਕੀ ਹਾਸਲ ਹੋਣਾ। ਗੁਰੂ ਰੂਪੀ ਸਮੁੰਦਰ ਨੂੰ ਛੱਡ ਕੇ ਉਹ ਛਪੜੀਆਂ ਦੇ ਵਿੱਚ, ਭਗਤ ਜੀ ਨੇ ਬੜਾ ਸੋਹਣਾ ਕਿਹਾ, ਉਹ ਕਹਿੰਦੇ ਕਦੇ ਸਮੁੰਦਰ ਨਹੀਂ ਛੱਡ ਕੇ ਜਾਣਾ ਚਾਹੀਦਾ, ਸਾਗਰ ਨਹੀਂ ਛੱਡ ਕੇ ਜਾਣਾ ਚਾਹੀਦਾ, ਭਾਵੇਂ ਅੱਤ ਦਾ ਖਾਰਾ ਹੋਵੇ। ਕਿਉਂ? ਕਿਉਂਕਿ ਪੋਖਰ ਪੋਖਰ ਢੂੰਡਤੇ ਭਲੋ ਨਾ ਕਹੇ ਹੈ ਕੋਈ। ਪੋਖਰ ਨਾਮ ਹੁੰਦਾ ਟੋਬਿਆਂ ਦਾ, ਛੱਪੜਾਂ ਦਾ। ਛੱਪੜਾਂ ਵਿੱਚ ਜਾ ਕੇ ਹੱਥ ਮਾਰਨ ਵਾਲਿਆਂ ਨੂੰ ਕੋਈ ਚੰਗਾ ਨਹੀਂ ਕਹਿੰਦਾ। ਯਾਨੀ ਕਿ ਪੂਰਨ ਗੁਰੂ ਦਾ ਪੱਲਾ ਛੱਡ ਕੇ ਜਿਹੜੇ ਦੰਭੀਆਂ ਪਖੰਡੀਆਂ ਦੇ ਪਿੱਛੇ ਜਾ ਕੇ ਉਹਨਾਂ ਦੀ ਪੂਜਾ ਕਰਦੇ ਫਿਰਦੇ ਆ, ਉਹਨਾਂ ਨੂੰ ਕੋਈ ਭਲਾ ਨਹੀਂ ਕਹਿੰਦਾ। ਉਹਨਾਂ ਬਾਰੇ ਕਿਹਾ ਜਾਂਦਾ ਵੀ ਜਿਹੋ ਜਿਹਾ ਇਹਨਾਂ ਦਾ ਪੀਰ ਜਿਹਨੂੰ ਇਹ ਮੰਨਦੇ ਨੇ ਉਹੋ ਜੇ ਇਹ ਨੇ, ਭੱਦੇ ਮਾੜੇ। ਜਿਹੋ ਜਿਹਾ ਕੱਚਾ ਪਿੱਲਾ ਗੁਰੂ ਇਹਨਾਂ ਦਾ, ਉਦਾਂ ਦੇ ਕੱਚੇ ਪਿੱਲੇ ਇਹ ਨੇ। ਤਿਰਸਕਾਰ ਤੇ ਲਾਹਨਤਾਂ ਹੀ ਪ੍ਰਾਪਤ ਹੁੰਦੀਆਂ ਉਹਨਾਂ ਨੂੰ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਭਾਈ ਜੇ ਕੋਈ ਪਖੰਡੀ ਦੰਭੀ ਗੁਰੂ ਦਾ ਪੱਲਾ ਛੱਡ ਕੇ ਜਿਹੜੀਆਂ ਛੱਪੜੀਆਂ ਸਮਾਨ ਬਿਰਤੀ ਰੱਖਣ ਵਾਲੇ, ਛੱਪੜੀਆਂ ਸਮਾਨ ਗੰਦਗੀ ਰੱਖਣ ਵਾਲੇ ਭੱਦੇ ਤੇ ਕੱਚੇ ਪਿੱਲੇ ਗੁਰੂ ਨੇ, ਉਹਨਾਂ ਵਿੱਚ ਜਾ ਕੇ ਇਸ਼ਨਾਨ ਕਰਦੇ ਹਨ। ਕੀਚੜ ਡੁੱਬੈ ਮੈਲ ਨਾ ਜਾਏ। ਉੱਥੇ ਉਹਨਾਂ ਦੇ ਹੱਥ ਪੈਰ ਚਿੱਕੜ 'ਚ ਡੁੱਬਦੇ ਨੇ, ਉਹਨਾਂ ਦੀ ਮੈਲ ਨਹੀਂ ਜਾਂਦੇ, ਸਗੋਂ ਹੋਰ ਮੈਲੇ ਹੁੰਦੇ ਨੇ। ਉਹਨਾਂ ਨੂੰ ਹੋਰ ਮਲਮ, ਕਿਉਂਕਿ ਛੱਪੜ ਦੇ ਵਿੱਚ ਮੈਲ ਹੈ, ਛੱਪੜ ਦਾ ਪਾਣੀ ਗੰਧਲਾ ਹੁੰਦਾ ਹੈ। ਪਸ਼ੂ ਉਹਦੇ ਵਿੱਚ ਫਿਰ ਕੇ ਉਹਨੂੰ ਗੰਧਲਾ ਕਰ ਛੱਡਦੇ ਆ, ਚਿੱਕੜ ਦੇ ਨਾਲ ਭਰਿਆ ਹੁੰਦਾ, ਗੰਦਗੀ ਨਾਲ ਭਰਿਆ ਹੁੰਦਾ। ਪਿੰਡ ਦਾ ਗੰਦਾ ਪਾਣੀ ਵੀ ਉਸੇ ਛੱਪੜ ਵਿੱਚ ਹੀ ਆ ਕੇ ਮਿਲਦਾ। ਤੋ ਉਹਨਾਂ ਛੱਪੜਾਂ ਦੇ ਵਿੱਚ ਨਹਾ ਕੇ ਕਦੇ ਕਿਸੇ ਨੂੰ ਪਵਿੱਤਰਤਾ ਹਾਸਲ ਨਹੀਂ ਹੋਈ। ਉਹ ਮਲਨ ਹੋ ਜਾਂਦੇ ਨੇ, ਉਹਨਾਂ ਨੂੰ ਹੋਰ ਚਿੱਕੜ ਲੱਗ ਜਾਂਦਾ, ਹੋਰ ਮੈਲੇ ਹੋ ਜਾਂਦੇ ਨੇ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਭਾਈ ਗੁਰੂ ਸਮੁੰਦ ਤੋਂ ਕਦੇ ਸਿੱਖ ਨੇ ਬੇਮੁਖ ਨਹੀਂ ਹੋਣਾ। ਗੁਰੂ ਦਾ ਪੱਲਾ ਛੱਡ ਕੇ ਕਦੇ ਪਖੰਡੀਆਂ ਦੰਭੀਆਂ ਦੀਆਂ ਮਜ਼ਾਰਾਂ ਤੇ ਜਾਂ ਉਹਨਾਂ ਕੱਚਿਆਂ ਪਿੱਲਿਆਂ ਦੇ ਕੋਲ ਕਦੇ ਨਹੀਂ ਜਾਣਾ। ਉਹਨਾਂ ਕੋਲ ਜਾ ਕੇ ਕੇਵਲ ਮੈਲ ਹੀ ਲੱਗਣੀ ਆ, ਅੰਤਸ਼ਕਰਨ ਨੇ ਹੋਰ ਮਲਨ ਹੋਣਾ। ਰਹਾਓ ਰਖ ਰਖ ਚਰਨ ਧਰੇ ਵਿਚਾਰੀ। ਜਿਹੜਾ ਗੁਰਮੁਖ ਹੈ ਨਾ, ਗੁਰਸਿੱਖ ਪਰਮਹੰਸ, ਉਹ ਆਪਣਾ ਹਰ ਇੱਕ ਪੈਰ ਜਿਹੜਾ ਜ਼ਿੰਦਗੀ 'ਚ ਪੁੱਟਦਾ ਹੈ ਨਾ, ਉਹਨੂੰ ਬੜੀ ਵਿਚਾਰ ਨਾਲ ਪੁੱਟਦਾ ਵੀ ਮੇਰਾ ਇਹ ਪੁੱਟਿਆ ਹੋਇਆ ਕਦਮ ਮੈਨੂੰ ਕਿੱਥੇ ਲੈ ਕੇ ਜਾਵੇਗਾ। ਜਿਹੜਾ ਵਿਚਾਰਵਾਨ ਪੁਰਸ਼ ਹੈ, ਵਿਵੇਕੀ ਪੁਰਸ਼ ਹੈ, ਪਰਮਹੰਸ ਪੁਰਸ਼ ਹੈ, ਉਹ ਆਪਣਾ ਹਰ ਇੱਕ ਕਦਮ ਬੜੀ ਵਿਚਾਰ ਨਾਲ ਪੁੱਟ ਕੇ ਧਰਦਾ ਹੈ।
ਵੀ ਮੇਰੇ ਵੱਲੋਂ ਪੁੱਟਿਆ ਹੋਇਆ ਇਹ ਕਦਮ ਕਿਤੇ ਮੈਨੂੰ ਪਛਤਾਵੇ ਵਾਲੇ ਪਾਸੇ ਨਾ ਲੈ ਜਾਏ, ਪਛਤਾਤਾਪ ਵਾਲੇ ਪਾਸੇ ਨਾ ਲੈ ਜਾਏ, ਮੈਨੂੰ ਕਿਤੇ ਕੋਝੇ ਥਾਂ ਤੇ ਨਾ ਲੈ ਜਾਏ। ਉਹ ਆਪਣਾ ਹਰ ਕਦਮ, ਯਾਨੀ ਕਿ ਕੋਈ ਵੀ ਕੰਮ ਕਰਦਾ ਉਹਨੂੰ ਬੜੀ ਵਿਚਾਰ ਨਾਲ ਕਰਦਾ। ਉਹਦਾ ਇਹ ਯਤਨ ਹੁੰਦਾ ਕਿ ਮੇਰੇ ਕੋਲੋਂ ਕੋਈ ਮਾੜਾ ਭੈੜਾ ਕਰਮ ਨਾ ਹੋਵੇ, ਕਿ ਮੈਂ ਇਸ ਸਮਾਜ ਦੇ ਵਿੱਚ ਤਿਰਸਕਾਰਿਆ ਜਾਵਾਂ, ਧਰਮ ਦੀ ਦ੍ਰਿਸ਼ਟੀ ਦੇ ਵਿੱਚ ਤਿਰਸਕਾਰਿਆ ਜਾਵਾਂ, ਨਿਰਾਦਰਿਆ ਜਾਵਾਂ। ਤੋ ਇਸ ਕਰਕੇ ਪਰਮਹੰਸ ਅਵਸਥਾ ਦੇ ਧਾਰਨੀ ਗੁਰਮੁਖ ਗੁਰਸਿੱਖ ਆਪਣਾ ਹਰ ਇੱਕ ਪੈਰ ਬੜੀ ਵਿਚਾਰ ਨਾਲ ਧਰਦੇ ਹਨ। ਭਾਵ ਆਪਣੀ ਜ਼ਿੰਦਗੀ ਦਾ ਹਰ ਇੱਕ ਕੰਮ ਬੜੀ ਸੁਚੱਜਤਾ ਨਾਲ ਗੁਰੂ ਕੀ ਮੱਤ ਲੈ ਕੇ, ਸਤਿਗੁਰਾਂ ਦੀ ਮੱਤ ਲੈ ਕੇ ਕਰਦੇ ਹਨ। ਦੁਬਦਾ ਛੋੜ ਭਏ ਨਿਰੰਕਾਰੀ। ਦੁਬਦਾ ਨੂੰ ਛੱਡ ਕੇ, ਦਵੈਸ਼ ਨੂੰ ਛੱਡ ਕੇ ਜਿਹੜੇ ਗੁਰਮੁਖ ਨੇ ਉਹ ਨਿਰੰਕਾਰ ਦਾ ਰੂਪ ਹੋ ਗਏ ਨੇ। ਉਹਨਾਂ ਅੰਦਰ ਦੁਬਦਾ ਨਹੀਂ ਹੈ, ਦਵੈਸ਼ ਨਹੀਂ ਹੈ। ਉਹ ਦੁਬਦਾ ਤੋਂ ਰਹਿਤ ਹੋ ਜਾਂਦੇ ਹਨ। ਜਿੱਥੇ ਦੁਬਦਾ ਹੈ ਉੱਥੇ ਨਿਰੰਕਾਰ ਨਹੀਂ ਹੈ। ਨਿਰੰਕਾਰ ਤਾਂ ਉੱਥੇ ਹੈ ਜਿੱਥੇ ਏਕਤਾ ਦਾ ਭਾਵ ਹੈ, ਦੁਬਦਾ ਨਹੀਂ ਹੈ। ਇੱਕ ਤੇ ਨਿਸ਼ਚਾ ਹੋਣਾ, ਇੱਕ ਤੇ ਟੇਕ ਹੋਣੀ। ਗੁਰਸਿੱਖਾਂ ਨੇ ਆਪਣੇ ਹਿਰਦੇ ਚੋਂ ਦੁਬਦਾ ਛੱਡ ਦਿੱਤੀ ਹੈ ਔਰ ਦੁਬਦਾ ਦਾ ਤਿਆਗ ਕਰਕੇ ਉਹ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੋ ਗਏ ਹਨ। ਮੁਕਤ ਪਦਾਰਥ ਹਰ ਰਸ ਚਾਖੇ। ਔਰ ਉਹਨਾਂ ਗੁਰਮੁਖਾਂ ਨੇ ਜੀਵਨ ਮੁਕਤ ਅਵਸਥਾ ਦਾ ਜਿਹੜਾ ਪਦਾਰਥ ਹੈ ਉਹ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਰਸ ਦੇ ਵਿੱਚੋਂ ਚੱਖ ਲਿਆ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਚੱਖ ਕੇ ਵਾਹਿਗੁਰੂ 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 ਜਪ 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 ਕੇ, ਆਰਾਧ ਕੇ, ਧਿਆ ਕੇ ਉਹਨਾਂ ਨੇ ਮੁਕਤੀ ਰੂਪੀ ਪਦਾਰਥ ਨੂੰ ਜਿਉਂਦਿਆਂ ਜੀ ਪ੍ਰਾਪਤ ਕਰ ਲਿਆ। ਇਹ ਮੁਕਤੀ ਵੀ ਪਦਾਰਥ ਮਹਾਰਾਜ ਜੀ ਨੇ ਦੱਸਿਆ। ਉਹ ਜਿਉਂਦਿਆਂ ਜੀ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਗਏ ਜਿਨ੍ਹਾਂ ਨੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਅੰਮ੍ਰਿਤ ਰਸ ਨੂੰ ਚੱਖਿਆ ਹੈ। ਆਵਣ ਜਾਣ ਰਹੇ ਗੁਰ ਰਾਖੇ। ਉਹ ਹੁਣ ਆਵਾ ਗਾਉਣ ਤੋਂ ਰਹਿਤ ਹੋ ਗਏ। ਉਹਨਾਂ ਨੂੰ ਹੁਣ ਜੰਮਣਾ ਮਰਨਾ ਨਹੀਂ ਪੈਂਦਾ। ਸਤਿਗੁਰੂ ਜੀ ਨੇ ਆਪ ਤਰਸ ਕਰਕੇ, ਕਿਰਪਾ ਕਰਕੇ ਉਹਨਾਂ ਨੂੰ ਰੱਖ ਲਿਆ। ਆਵਾ ਗਾਉਣ ਤੋਂ ਆਪ ਸਵਾਮੀ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਰੱਖ ਲਿਆ ਹੈ। ਸਰਵਰ ਹੰਸਾ ਛੋੜ ਨਾ ਜਾਏ। ਇਹ ਭਾਈ ਜਿਹੜੇ ਹੰਸ ਰੂਪੀ ਗੁਰਸਿੱਖ ਨੇ ਉਹ ਆਪਣੇ ਗੁਰੂ ਰੂਪੀ ਸਰਵਰ ਨੂੰ, ਮਾਨ ਸਰੋਵਰ ਨੂੰ ਛੱਡ ਕੇ ਕਦੇ ਦੂਰ ਨਹੀਂ ਜਾਂਦੇ। ਉਹ ਹਮੇਸ਼ਾ ਆਪਣੇ ਗੁਰੂ ਦੇ ਸਨਮੁਖ ਰਹਿੰਦੇ ਆ, ਕਦੇ ਗੁਰੂ ਤੋਂ ਵੇਮੁਖ ਨਹੀਂ ਹੁੰਦੇ। ਉਹਨਾਂ ਦੀ ਤਾਂ ਕਾਂਖਾ ਹੀ ਇਹ ਹੁੰਦੀ ਹੈ, ਮੈਂ ਆਪਣਾ ਘਰ ਉੱਥੇ ਪਾਵਾਂ ਜਿੱਥੇ ਸਤਿਗੁਰਾਂ ਦਾ ਘਰ ਨੇੜੇ ਹੋਵੇ। ਉਹ ਕਾਂਖਾ ਹੀ ਰੱਖਦੇ ਆਪਣੇ ਹਿਰਦੇ ਵਿੱਚ। ਗੁਰਸਿੱਖ ਰੂਪੀ ਪਰਮਹੰਸ ਆਪਣੇ ਗੁਰੂ ਨੂੰ ਛੱਡ ਕੇ, ਗੁਰੂ ਰੂਪੀ ਮਾਨ ਸਰੋਵਰ ਨੂੰ ਛੱਡ ਕੇ ਗੁਰੂ ਤੋਂ ਦੂਰ ਨਹੀਂ ਜਾਂਦੇ। ਉਹ ਗੁਰੂ ਦੇ ਪਾਸ ਹੀ ਰਹਿੰਦੇ ਹਨ, ਸਤਿਗੁਰਾਂ ਦੀ ਹਜ਼ੂਰੀ ਵਿੱਚ ਸਨਮੁਖ ਹੀ ਰਹਿੰਦੇ ਨੇ। ਯਾਨੀ ਕਿ ਉਹਨਾਂ ਨੂੰ ਕਦੇ ਗੁਰੂ ਨਹੀਂ ਭੁੱਲਦਾ। ਉਹ ਸੰਸਾਰ ਦੇ ਵਿੱਚ ਕਿਤੇ ਵੀ ਹੋਣ, ਉਹਨਾਂ ਨੂੰ ਗੁਰੂ ਆਪਣੇ ਅੰਗ ਸੰਗ ਪ੍ਰਤੀਤ ਹੁੰਦਾ ਕਿ ਮੇਰੇ ਸਤਿਗੁਰੂ ਜੀ ਸਾਡੇ ਅੰਗ ਸੰਗ ਨੇ, ਸਾਡੇ ਨਾਲ ਨੇ। ਉਹ ਆਪਣੇ ਗੁਰੂ ਤੋਂ ਕਦੇ ਵੀ ਪਾਸੇ ਜਾਂ ਦੂਰ ਨਹੀਂ ਜਾਂਦੇ। ਪ੍ਰੇਮ ਭਗਤ ਕਰ ਸਹਜ ਸਮਾਏ। ਪ੍ਰੇਮਾ ਭਗਤੀ ਕਰਕੇ ਉਹ ਗੁਰਮੁਖ ਗੁਰਸਿੱਖ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਜਿਹੜਾ ਸਹਿਜ ਦਾ ਗਿਆਨ ਦੀ ਅਵਸਥਾ ਹੈ, ਉਸ ਸਹਿਜ ਦੇ ਵਿੱਚ ਗੁਰਸਿੱਖ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਹਨ। ਸਰਮਰ ਮਹਿ ਹੰਸ, ਹੰਸ ਮਹਿ ਸਾਗਰ। ਇਸ ਤਰ੍ਹਾਂ ਕਹਿ ਲਈਏ, ਜਿਹੜੇ ਹੰਸ ਰੂਪੀ ਸਿੱਖ ਦੇ ਅੰਦਰ ਗੁਰੂ ਵਸਦਾ ਹੈ, ਉਸ ਸਿੱਖ ਰੂਪੀ ਹੰਸ ਦੇ ਵਿੱਚ ਗੁਰੂ ਆਪਣਾ ਆਪ ਪ੍ਰਗਟ ਕਰ ਦਿੰਦਾ। ਜਿਵੇਂ ਸਰਵਰ ਹੰਸਾਂ ਵਿੱਚ ਵਸਦਾ ਤੇ ਹੰਸਾਂ ਵਿੱਚ ਸਰਵਰ ਵਸਦਾ, ਇਸੇ ਤਰ੍ਹਾਂ ਗੁਰੂ ਵਿੱਚ ਸਿੱਖ ਵਰਤਦਾ ਤੇ ਸਿੱਖ ਵਿੱਚ ਗੁਰੂ ਵਸਦਾ ਹੈ। ਦੋਨੋਂ ਇੱਕ ਮਿਕ ਨੇ। ਜਿਹੜੇ ਸਿੱਖ ਅੰਦਰ ਗੁਰੂ ਵਸਦਾ ਫਿਰ ਉਸ ਸਿੱਖ ਦੇ ਹਿਰਦੇ ਵਿੱਚ ਗੁਰੂ ਆਪਣਾ ਆਪ ਪ੍ਰਗਟ ਕਰ ਦਿੰਦਾ, ਪ੍ਰਤੱਖ ਕਰ ਦਿੰਦਾ ਵੀ ਇਹ ਮੇਰਾ ਹੀ ਰੂਪ ਹੈ, ਇਸ ਵਿੱਚ ਔਰ ਮੇਰੇ 'ਚ ਭੇਦ ਨਹੀਂ।
ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਅੱਜ ਤੋਂ ਬਾਅਦ ਇਹ ਲੈਣਾ ਨਹੀਂ, ਅੰਗਦ ਦੇਵ ਹੈ, ਇਹ ਮੇਰਾ ਸਰੂਪ ਹੈ, ਇਹਨਾਂ ਨੂੰ ਮੇਰਾ ਰੂਪ ਕਰਕੇ ਜਾਣਨਾ, ਇਹਨਾਂ ਵਿੱਚ ਤੇ ਮੇਰੇ 'ਚ ਕੋਈ ਭੇਦ ਨਹੀਂ। ਤੇ ਦਸਵੇਂ ਪਾਤਸ਼ਾਹ ਨੇ ਜਦੋਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਆਖਿਆ ਇਹ ਮੇਰਾ ਸਰੂਪ ਨੇ, ਮੈਂ ਤੇ ਇਹਨਾਂ ਤੋਂ ਵੱਖ ਨਹੀਂ, ਇਹ ਮੇਰੇ ਤੋਂ ਵੱਖ ਨਹੀਂ, ਮੈਂ ਇਹਨਾਂ ਤੋਂ ਵੱਖ ਨਹੀਂ, ਇੱਕ ਮੇਕਾਂ। ਇੱਥੇ ਉਸੇ ਅਵਸਥਾ ਦਾ ਜ਼ਿਕਰ ਜਗਤ ਗੁਰੂ ਬਾਬਾ ਜੀ ਕਰ ਰਹੇ ਨੇ। ਸਰਵਰ ਹੰਸਾ ਸਰਵਰ ਮਹਿ ਹੰਸ ਹੰਸ ਮਹਿ ਸਾਗਰ। ਹਾਂ, ਕਹਿੰਦੇ ਸਰੋਵਰ ਵਿੱਚ ਹੰਸ ਹੈ ਤੇ ਹੰਸ ਵਿੱਚ ਸਰੋਵਰ ਮਾਨ ਸਰੋਵਰ ਸਾਗਰ ਹੈ। ਯਾਨੀ ਕਿ ਸਿੱਖ ਗੁਰੂ ਕੀ ਸੰਗਤ ਵਿੱਚ ਵਸਦਾ ਹੈ ਔਰ ਉਸ ਸਿੱਖ ਦੇ ਅੰਦਰ ਗੁਰੂ ਪ੍ਰਗਟ ਹੋ ਕੇ ਵਸਣ ਲੱਗ ਪੈਂਦਾ। ਹਾਂਜੀ, ਅਕਥ ਕਥਾ ਗੁਰ ਬਚਨੀ ਆਦਰ। ਜਿਹੜੇ ਸਤਿਗੁਰੂ ਜੀ ਦੇ ਬਚਨਾਂ ਦੀ ਅਕਥ ਕਥਾ ਨੂੰ ਸਮਝਦੇ ਨੇ, ਵਿਚਾਰਦੇ ਨੇ ਔਰ ਗੁਰੂ ਕੇ ਬਚਨਾਂ ਦਾ ਆਦਰ ਕਰਦੇ ਨੇ, ਉਹਨਾਂ ਦਾ ਆਦਰ ਇਸ ਸੰਸਾਰ ਦੇ ਵਿੱਚ ਜ਼ਾਹਰ ਹੋ ਜਾਂਦਾ, ਪ੍ਰਗਟ ਹੋ ਜਾਂਦਾ। ਜਿਹੜਾ ਗੁਰੂ ਕੇ ਬਚਨਾਂ ਦਾ ਆਦਰ ਨਹੀਂ ਕਰਦਾ, ਉਹਨਾਂ ਦਾ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਆਦਰ ਨਹੀਂ ਹੁੰਦਾ। ਜਿਹੜਾ ਗੁਰੂ ਕੇ ਬਚਨਾਂ ਦਾ ਆਦਰ ਕਰਦਾ, ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਇੱਕ ਮਹਾਤਮਾ ਦਾ ਬੜਾ ਪਿਆਰਾ ਕਥਨ ਉਹ ਅਕਸਰ ਕਿਹਾ ਕਰਦੇ ਸਨ ਕਿ ਭਾਈ ਜਿਹੜੇ ਸਤਿਗੁਰਾਂ ਨੂੰ ਖਾਸ ਸਮਝਦੇ ਆ ਨਾ, ਖਾਸ, ਕਿ ਮੇਰੇ ਜੀਵਨ ਵਿੱਚ ਅਗਰ ਕੋਈ ਸਭ ਤੋਂ ਖਾਸ ਹੈ ਤਾਂ ਮੇਰਾ ਗੁਰੂ, ਬਾਕੀ ਸਭ ਉਹਨਾਂ ਤੋਂ ਬਾਅਦ। ਜਿਹੜੇ ਗੁਰੂ ਪਾਤਸ਼ਾਹ ਨੂੰ ਖਾਸ ਸਮਝਦੇ ਆ ਉਹ ਵੀ ਦੁਨੀਆ 'ਚ ਖਾਸ ਹੋ ਜਾਂਦੇ ਨੇ, ਤੇ ਜਿਹੜੇ ਸਤਿਗੁਰਾਂ ਨੂੰ ਆਮ ਹੀ ਸਮਝਣ ਵੀ ਆਮ ਹੀ ਨੇ, ਉਹ ਵੀ ਫਿਰ ਆਮ ਹੀ ਸੰਸਾਰ ਦੇ ਵਿੱਚ ਰਹਿ ਜਾਂਦੇ ਆ, ਕੋਈ ਨਹੀਂ ਜਾਣਦਾ ਪਛਾਣਦਾ ਉਹਨਾਂ ਨੂੰ। ਜਿਹੜੇ ਗੁਰੂ ਕੀ ਬਾਣੀ ਦਾ, ਗੁਰੂ ਕੇ ਬਚਨਾਂ ਦਾ ਆਦਰ ਕਰਦੇ ਨੇ, ਉਹਨਾਂ ਦਾ ਆਦਰ ਸਾਰੇ ਜਗਤ ਵਿੱਚ ਜ਼ਾਹਰ ਹੋ ਜਾਂਦਾ, ਪ੍ਰਗਟ ਹੋ ਜਾਂਦਾ ਹੈ। ਇਸੇ ਕਰਕੇ ਗੁਰਦੇਵ ਨੇ ਸਿੱਖ ਨੂੰ ਹੁਕਮ ਕੀਤਾ, ਸਿੱਖਾ ਤੂੰ ਗੁਰੂ ਕੀ ਬਾਣੀ ਦਾ ਅਦਬ ਭੈ ਤੇ ਸਤਿਕਾਰ ਰੱਖਣਾ ਹੈ। ਜਿੱਥੇ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਵਿਚਾਰਨਾ, ਉੱਥੇ ਗੁਰਬਾਣੀ ਦਾ ਅਦਬ ਭੈ ਤੇ ਸਤਿਕਾਰ ਰੱਖਣਾ। ਸਿੱਖਾਂ ਨੂੰ ਵੇਖ ਕੇ ਤਾਂ ਦੂਸਰੇ ਧਰਮਾਂ ਵਾਲਿਆਂ ਨੂੰ ਵੀ ਆਪਣੇ ਧਰਮ ਗ੍ਰੰਥਾਂ ਦਾ ਸਤਿਕਾਰ ਕਰਨ ਦਾ ਭਾਵ ਜਾਗਣ ਲੱਗ ਪਿਆ। ਚੰਗੇ ਕੰਮ ਦੀ ਸਾਡੀ ਤਾਂ ਰੀਸ ਦੂਸਰੇ ਧਰਮ ਵੀ ਕਰਦੇ ਆ, ਕਰਨ ਉਹਨਾਂ ਅੰਦਰ ਵੀ ਇਹ ਬਿਰਤੀ ਪੈਦਾ ਹੋ ਗਈ ਵੀ ਅਸੀਂ ਤਾਂ ਆਪਣੇ ਧਰਮ ਗ੍ਰੰਥਾਂ ਨੂੰ ਕੱਛ 'ਚ ਮਾਰ ਕੇ ਟੁਰੇ ਫਿਰਦੇ ਆ। ਸਿੱਖ ਆਪਣੇ ਧਰਮ ਗ੍ਰੰਥ ਦਾ, ਆਪਣੇ ਗੁਰੂ ਦਾ ਕਿੰਨਾ ਸਤਿਕਾਰ ਕਰਦੇ ਆ। ਉਹਨਾਂ ਅੰਦਰ ਵੀ ਉਹ ਜਗਿਆਸਾ ਜਾਗਣ ਲੱਗ ਪਈ। ਉਹ ਕੇਵਲ ਗ੍ਰੰਥ ਸਮਝਦੇ ਨੇ, ਸਿੱਖਾਂ ਅੰਦਰ ਭਾਵਨਾ ਸਤਿਗੁਰਾਂ ਪ੍ਰਤੀ ਉਹ ਪ੍ਰਗਟ ਗੁਰਾਂ ਕੀ ਦੇਹ ਸਮਝਦੇ ਨੇ ਕਿ ਸਤਿਗੁਰੂ ਜੀ ਪ੍ਰਗਟ ਗੁਰਾਂ ਦੀ ਦੇਹ ਹਨ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਹਨ, ਪ੍ਰਗਟ ਸਵਰੂਪ ਹਨ, ਜ਼ਾਹਰ ਜੋਤ ਹਨ। ਤੋ ਸਿੱਖ ਅੰਦਰ ਇਹ ਭਾਵਨਾ, ਸਿੱਖ ਅੰਦਰ ਇਹ ਅਦਬ ਤੇ ਸਤਿਕਾਰ ਹੈ। ਔਰ ਇਹ ਸਤਿਕਾਰ ਉਸੇ ਦਿਨ ਮਹਾਰਾਜ ਜੀ ਨੇ ਬਹਾਲ ਕੀਤਾ ਜਿਸ ਦਿਨ ਪੰਜਵੇਂ ਪਾਤਸ਼ਾਹ ਜੀ ਨੇ ਸੰਪਾਦਨ ਕਰਕੇ ਪਹਿਲਾ ਪ੍ਰਕਾਸ਼ ਕਰਨ ਤੋਂ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਠਾ ਸਾਹਿਬ 'ਚ ਸੁਭਾਏਮਾਨ ਕੀਤਾ ਤੇ ਆਪ ਭੁੰਜਿਆਂ ਆਸਣ ਲਾਏ। ਦੱਸ ਦਿੱਤਾ, ਗੁਰਸਿੱਖੋ ਗੁਰਬਾਣੀ ਦਾ ਅਦਬ ਤੇ ਸਤਿਕਾਰ ਇਸ ਤਰ੍ਹਾਂ ਰੱਖਣਾ ਹੈ। ਜਿਨ ਪੈਦਬ ਨਾ ਬਾਣੀ ਧਾਰਾ, ਜਾਨੋ ਸੋ ਸਿਖ ਨਹੀਂ ਹਮਾਰਾ। ਜਿਹੜਾ ਗੁਰਬਾਣੀ ਦਾ ਭੈ ਅਦਬ ਸਤਿਕਾਰ ਨਹੀਂ ਰੱਖਦਾ ਉਹ ਸਾਡਾ ਸਿੱਖ ਨਹੀਂ ਹੈ। ਸਤਿਗੁਰੂ ਜੀ ਦਾ ਅਦਬ ਸਤਿਕਾਰ ਭਾਵਨਾ ਹਰ ਇੱਕ ਗੁਰਸਿੱਖ ਨੇ ਰੱਖਣਾ। ਖਾਸ ਕਰਕੇ ਬੇਨਤੀ ਹੈ ਗੁਰੂ ਕੇ ਵਜ਼ੀਰ ਸਿੰਘਾਂ ਨੂੰ, ਗ੍ਰੰਥੀ ਸਿੰਘਾਂ ਨੂੰ, ਪਾਠੀ ਸਿੰਘਾਂ ਨੂੰ ਕਿ ਜਿਸ ਵੇਲੇ ਮਹਾਰਾਜ ਜੀ ਦਾ ਪ੍ਰਕਾਸ਼ ਕਰਦੇ ਹਨ ਤੇ ਮਹਾਰਾਜ ਜੀ ਦੇ ਜੋ ਅੰਗ ਨੇ ਉਹਨਾਂ ਨੂੰ ਬੜੇ ਅਦਬ ਸਤਿਕਾਰ ਸਹਿਤ, ਅਕਸਰ ਬਹੁਤ ਸਾਰੇ ਸਰੂਪਾਂ ਦੇ ਜਦੋਂ ਦਰਸ਼ਨ ਹੁੰਦੇ ਹੈ, ਜਿੱਥੋਂ ਜਿੱਥੋਂ ਹੁਕਮਨਾਮਾ ਲਿਆ ਜਾਂਦਾ, ਕਈਆਂ ਪ੍ਰੇਮੀਆਂ ਨੇ ਘਰਾਂ ਵਿੱਚ ਵੀ ਪ੍ਰਕਾਸ਼ ਕੀਤੇ ਹੋਏ ਨੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਬੜੇ ਸਤਿਕਾਰ ਨਾਲ ਸਹਿਜੇ ਮਹਾਰਾਜ ਜੀ ਦਾ ਅੰਗ ਜਿਹੜਾ ਹੈ ਉਹ ਪਰਤਣਾ ਹੈ।
ਇਹ ਨਹੀਂ ਕਿ ਬੜੀ ਤੇਜ਼ੀ ਨਾਲ ਚੁਟਕੀ ਫੜੀ ਤੇ ਤੇਜ਼ੀ ਦੇ ਨਾਲ ਪਰਦਾ ਉਹਦੇ ਨਾਲ ਕਈ ਵਾਰੀ ਅੰਗ ਫਟ ਜਾਂਦੇ ਹਨ, ਕਈ ਵਾਰ ਅੰਗ ਜਿਹੜੇ ਨੇ ਉਬੜ ਖੁਬੜ ਹੋ ਜਾਂਦੇ ਨੇ, ਕਈ ਵਾਰ ਗਿੱਲੇ ਹੱਥ ਹੁੰਦੇ ਨੇ ਕਈ ਸਿੰਘਾਂ ਦੇ, ਧੋ ਕੇ ਆਏ ਉਹੀ ਗਿੱਲੇ ਹੱਥ ਜਦੋਂ ਮਹਾਰਾਜ ਜੀ ਨੂੰ ਲੱਗਦੇ ਆ, ਸਰੂਪਾਂ ਦੇ ਜਿਹੜੇ ਅੰਗ ਨੇ, ਜਿਹੜੇ ਸਰੂਪ ਦੀ ਮੜਿਆਦ ਕਈ ਸਾਲਾਂ ਤੱਕ ਹੋ ਸਕਦੀ ਆ। ਅਜੇ ਵੀ ਸਾਡੇ ਕੋਲ 300 ਸਾਲ ਪੁਰਾਤਨ ਸਰੂਪ ਹਨ ਮੌਜੂਦ ਸਿੱਖਾਂ ਦੇ ਖਜ਼ਾਨਿਆਂ 'ਚ, ਤੇ ਜਿਹੜੇ 10 ਸਾਲ 15 ਸਾਲ ਜਾਂ 20 ਸਾਲ ਵੀ ਨਹੀਂ ਹੁੰਦਾ ਸਰੂਪ ਛਪੇ ਨੂੰ, 10-10 ਸਾਲ ਹੁਣ ਉਹ ਸਰੂਪਾਂ ਦੀ ਹਾਲਾਤ ਜਿਹੜੇ ਨੇ ਉਹ ਅਸੀਂ ਕਿਸ ਤਰ੍ਹਾਂ ਦੇ ਵੇਖਦੇ ਹਾਂ ਵੀ ਉਹ ਪੁਰਾਤਨ ਬਿਰਧ ਸਰੂਪ ਲਿਆ ਕੇ ਜਦੋਂ ਇੱਥੇ ਗੁਰੂ ਘਰ ਵਿੱਚ ਦਿੰਦੇ ਆ, ਉਹ ਕੇਵਲ ਵਿਚਕਾਰ ਦੇ ਜਿਹੜੇ ਅੰਗ ਜਿੱਥੋਂ ਹੁਕਮਨਾਮਾ ਲਿਆ ਜਾਂਦਾ ਉਹਨਾਂ ਅੰਗਾਂ ਦੀ ਜਿਹੜੀ ਦਸ਼ਾ ਹੈ ਉਹ ਸਹੀ ਨਹੀਂ ਹੁੰਦੀ, ਉਹ ਅਣਗਹਿਲੀ ਹੁੰਦੀ ਹੈ ਉਹਨਾਂ ਸਿੰਘਾਂ ਦੀ ਜਿਹੜੇ ਪ੍ਰਕਾਸ਼ ਕਰਨ ਵੇਲੇ ਮਹਾਰਾਜ ਜੀ ਦੇ ਸਰੂਪ ਦਾ ਪ੍ਰਕਾਸ਼ ਕਰਦਿਆਂ ਖਿਆਲ ਨਹੀਂ ਰੱਖਦੇ, ਅੰਗ ਸਹੀ ਤਰੀਕੇ ਨਾਲ ਨਹੀਂ ਵਰਤਦੇ, ਜਾਂ ਫਿਰ ਥਿੰਦੇ ਹੱਥ ਲਾ ਦੇਣਗੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਨਾਲ ਉਸੇ ਤਰ੍ਹਾਂ ਹੀ, ਜਾਂ ਫਿਰ ਗਿੱਲੇ ਹੱਥਾਂ ਦੇ ਨਾਲ ਹੀ, ਜਾਂ ਫਿਰ ਅਣਗਹਿਲੀ ਵਿੱਚ ਬੇਪਰਵਾਹੀ 'ਚ ਜਦੋਂ ਅੰਗ ਵਰਤਦੇ ਹਨ। ਇਹ ਖਿਆਲ ਰੱਖਣਾ ਚਾਹੀਦਾ। ਘੱਟੋ ਘੱਟ ਇੱਕ ਸਰੂਪ ਜਿਹੜਾ ਮਹਾਰਾਜ ਜੀ ਦਾ ਛਪਦਾ ਹੈ ਉਹਦੀ ਮੜਿਆਦ 50 ਸਾਲ ਤੱਕ ਤਾਂ ਹੋਣੀ ਚਾਹੀਦੀ ਹੈ ਨਾ, ਹੋਰ ਵੱਧ ਸਮਾਂ ਹੋਵੇ ਤਾਂ ਇੱਥੇ ਤਾਂ 5-7 ਸਾਲ ਬਾਅਦ ਹੀ ਮਹਾਰਾਜ ਜੀ ਦਾ ਸਰੂਪ ਜਿਹੜਾ ਹੈ ਉਹ ਇਹਨਾਂ ਬਿਰਧ ਹਾਲਤ ਵਿੱਚ ਮਹਾਰਾਜ ਜੀ ਦੀ ਜਿਲਦ, ਕਈ ਸਰੂਪਾਂ ਦੀ ਕੇਵਲ ਜਿਲਦ ਹੀ ਫਟੀ ਹੁੰਦੀ ਹੈ ਤਾਂ ਉਹ ਬਿਰਧ ਸਮਝ ਕੇ ਕਹਿੰਦੇ ਜੀ ਹੁਣ ਇਹ ਬਿਰਧ ਹੋ ਗਿਆ। ਜੇ ਕਿਤੇ ਜਿਲਦ ਫਟਦੀ ਹੈ ਤਾਂ ਬਹੁਤ ਸਾਰੇ ਸਿੰਘ ਸੇਵਾ ਕਰਦੇ ਆ, ਉਹਨਾਂ ਕੋਲੋਂ ਜਿਲਦ ਬਣਾ ਕੇ ਸਰੂਪ ਦੁਬਾਰਾ ਤਿਆਰ ਕੀਤਾ ਜਾ ਸਕਦਾ ਹੈ। ਜਿਲਦ ਕਿਉਂ ਫਟਦੀ ਹੈ? ਜਦੋਂ ਜਿਲਦ ਦੇ ਉੱਪਰਲਾ ਜਿਹੜਾ ਕਵਰ ਹੈ ਉਹਨੂੰ ਸਹੀ ਢੰਗ ਦੇ ਨਾਲ ਨਹੀਂ ਕੀਤਾ ਜਾਂਦਾ, ਪ੍ਰਕਾਸ਼ ਕਰਨ ਦਾ ਤਰੀਕਾ। ਸੋ ਇਹ ਸਾਰੀਆਂ ਗੱਲਾਂ ਨੇ, ਭਾਵੇਂ ਕਿ ਬਹੁਤ ਸਾਰੇ ਸਿੰਘ ਖਿਆਲ ਰੱਖਦੇ ਆ ਇਸ ਗੱਲ ਦਾ, ਪਰ ਕਈ ਵਾਰੀ ਕਈ ਸਿੰਘ ਲਾਪਰਵਾਹੀ ਵੀ ਕਰਦੇ ਹਨ। ਐਸਾ ਨਹੀਂ ਹੋਣਾ ਚਾਹੀਦਾ। ਜਿਹੜਾ ਸਤਿਗੁਰਾਂ ਦਾ ਆਦਰ ਕਰਦਾ, ਮਹਾਰਾਜ ਜੀ ਦਾ ਸਤਿਕਾਰ ਕਰਦਾ ਹੈ, ਉਹਦਾ ਭਾਈ ਦੁਨੀਆ ਵਿੱਚ ਆਦਰ ਹੁੰਦਾ ਹੈ, ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਉਹਦਾ ਆਦਰ ਹੁੰਦਾ ਹੈ। ਜਿਹੜਾ ਸਤਿਗੁਰਾਂ ਦਾ ਨਿਰਾਦਰ ਕਰੇ ਉਹ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਹੀ ਨਿਰਾਦਰੇ ਜਾਂਦੇ ਹਨ। ਇਸ ਕਰਕੇ ਇੱਥੇ ਪਾਤਸ਼ਾਹ ਕਹਿ ਰਹੇ ਨੇ ਅਕਥ ਕਥਾ ਗੁਰ ਬਚਨੀ ਆਦਰ, ਜਿਹੜੇ ਗੁਰੂ ਕੇ ਬਚਨਾਂ ਦਾ ਆਦਰ ਕਰਦੇ ਹਨ ਔਰ ਮਹਾਰਾਜ ਜੀ ਦੇ ਬਚਨਾਂ ਦੁਆਰਾ ਨਿਰੰਕਾਰ ਦੀ ਅਕਥ ਕਥਾ ਨੂੰ ਸਮਝਦੇ ਹਨ। ਸੁਨ ਮੰਡਲ ਇੱਕ ਜੋਗੀ ਬੈਸੇ। ਸੁਨ ਮੰਡਲ, ਸੁਨ ਦਾ ਮਤਲਬ ਹੁੰਦਾ ਅਫੁਰ ਅਵਸਥਾ, ਅਫੁਰ ਜਿੱਥੇ ਕੋਈ ਫੁਰਨਾ ਨਹੀਂ ਹੁੰਦਾ ਉੱਥੇ ਕਹਿੰਦੇ ਜਦੋਂ ਕੋਈ ਜੁੜ ਕੇ ਬੈਠਦਾ। ਜੋਗੀ ਬੈਸੇ ਦਾ ਮਤਲਬ ਜਦੋਂ ਕੋਈ ਜੁੜ ਕੇ ਆਪਣੇ ਉਸ ਆਤਮਿਕ ਆਨੰਦ ਦੇ ਵਿੱਚ ਖਿੜ ਕੇ ਬੈਠਦਾ ਹੈ। ਨਾਰ ਨਾ ਪੁਰਖ ਕਹੋ ਕੋ ਕੈਸੇ। ਉਹ ਜਿਹੜੀ ਆਤਮਿਕ ਆਨੰਦ ਦੀ ਖੇਡ ਹੈ ਨਾ, ਕਹਿੰਦੇ ਉਹਨੂੰ ਨਾ ਤਾਂ ਨਾਰ ਕਿਹਾ ਜਾ ਸਕਦਾ, ਉੱਥੇ ਨਾ ਹੀ ਪੁਰਖ ਦਾ ਭੇਦ ਹੈ। ਨਾਰ ਨਾ ਪੁਰਖ ਨਾ ਪੰਖਣੂ, ਨਾ ਨਰ ਨਾਰ ਨਪੁੰਸਕ, ਇਹ ਤਿੰਨੇ ਚੀਜ਼ਾਂ ਨੇ ਨਾ, ਤਿੰਨ ਜੈਂਡਰ ਕਹਿ ਸਕਦੇ ਹਾਂ, ਨਰ ਨਾਰੀ ਤੇ ਹੀਜ। ਕਹਿੰਦੇ ਇਹ ਤਿੰਨੇ ਹੀ ਉਹਦਾ ਸਵਰੂਪ ਨਹੀਂ ਹਨ, ਯਾਨੀ ਕਿ ਉਹ ਕਿਸੇ ਉਹਨੂੰ ਮਾਦਾ ਇਸਤਰੀ ਜਾਂ ਫਿਰ ਪੁਰਖ ਰੂਪ ਦੇ ਵਿੱਚ ਵੀ ਇਹ ਮਰਦ ਹੈ ਐਸਾ ਉਹ ਚਿਹਨ ਵਰਨਾ ਤੋਂ ਉਹਨੂੰ ਭਾਂਪਿਆ ਨਹੀਂ ਜਾ ਸਕਦਾ, ਉਹ ਕੇਵਲ ਪ੍ਰਕਾਸ਼ ਰੂਪ ਹੈ। ਹਾਂਜੀ। ਤਿਰ ਭਾਵਨ ਜੋਤ ਰਹੇ ਲਿਵ ਲਾਈ। ਤਿੰਨਾਂ ਭਵਨਾਂ ਵਿੱਚ ਉਸੇ ਦੀ ਜੋਤ ਵਸਦੀ ਹੈ। ਗੁਰਮੁਖ ਜਗਿਆਸੂ ਉਸੇ ਵਿੱਚ ਆਪਣੀ ਲਿਵ ਲਾ ਕੇ ਰੱਖਦੇ ਹਨ। ਸੁਰ ਨਰ ਨਾਥ ਸੱਚੇ ਸਰਣਾਈ। ਸੁਰ ਦੇਵਤੇ ਨਰ ਤੇ ਉਹਨਾਂ ਦੇ ਅੱਗੋਂ ਨਾਥ ਰਾਜੇ, ਉਹ ਸਾਰੇ ਉਸ ਸੱਚੇ ਦੀ ਪਨਾਹ ਵਿੱਚ ਨੇ, ਸਾਰੇ ਉਸ ਸੱਚੇ ਦੀ ਸ਼ਰਨ ਵਿੱਚ ਹਨ। ਆਨੰਦ ਮੂਲ ਅਨਾਥ ਆਧਾਰੀ। ਵਾਹਿਗੁਰੂ ਆਨੰਦ ਦਾ ਮੂਲ ਹੈ, ਅਨਾਥ ਆਧਾਰੀ। ਅਨਾਥ ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਉਹਨਾਂ ਦਾ ਆਧਾਰ, ਉਹਨਾਂ ਦਾ ਆਸਰਾ ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਹੈ। ਗੁਰਮੁਖ ਭਗਤ ਸਹਜ ਵਿਚਾਰੀ। ਜਿਹੜੇ ਗੁਰਮੁਖ ਨੇ ਉਹ ਭਗਤੀ ਕਰਦੇ ਹਨ ਔਰ ਭਗਤੀ ਦੁਆਰਾ ਸਹਿਜ ਨੂੰ ਵਿਚਾਰਦੇ ਹਨ। ਸਹਿਜ ਨਾਮ ਹੁੰਦਾ ਗਿਆਨ ਦਾ। ਇੱਕ ਗੱਲ ਯਾਦ ਰੱਖਣੀ, ਗੁਰੂ ਘਰ ਵਿੱਚ ਫੋਕਾ ਗਿਆਨ ਪ੍ਰਵਾਨ ਨਹੀਂ।
ਗੁਰੂ ਘਰ ਦੇ ਵਿੱਚ ਉਹ ਗਿਆਨ ਪ੍ਰਵਾਨ ਹੈ ਜਿਹੜਾ ਭਗਤੀ ਤੇ ਨਾਲ ਲਬਰੇਜ਼ ਹੋਵੇ। ਭਗਤੀ ਲਬਰੇਜ਼ ਗਿਆਨ ਹੈ ਗੁਰੂ ਘਰ ਵਿੱਚ। ਜਦੋਂ ਖੁਸ਼ਕ ਤੇ ਸੁੱਕਾ ਗਿਆਨ ਦਿੱਤਾ ਜਾਂਦਾ, ਸੰਸਾਰ ਦੇ ਲੋਕਾਂ ਵਿੱਚ ਵੰਡਿਆ ਜਾਂਦਾ, ਉਹ ਜੀਵਾਂ ਨੂੰ ਹੰਕਾਰੀ ਬਣਾ ਦਿੰਦਾ ਹੈ। ਇੱਥੇ ਕਹਿ ਰਹੇ ਨੇ ਵੀ ਭਗਤੀ ਦੁਆਰਾ ਸਹਿਜ ਵਿਚਾਰੀ। ਸਹਿਜ ਨਾਮ ਗਿਆਨ ਦਾ, ਭਗਤੀ ਦੁਆਰਾ ਗਿਆਨ ਦੀ ਵਿਚਾਰ ਜਿਹੜੀ ਹੈ ਉਹ ਗੁਰਮੁਖ ਆਪਣੇ ਹਿਰਦੇ 'ਚ ਕਰਦੇ ਹਨ। ਭਗਤ ਵਛਲ ਭੈ ਕਾਟਣ ਹਾਰੇ। ਵਾਹਿਗੁਰੂ ਭਗਤ ਵਛਲ ਹੈ ਔਰ ਉਹ ਆਪਣੇ ਪਿਆਰਿਆਂ ਦਾ ਭੈ ਤੇ ਡਰ ਕੱਟਣ ਵਾਲਾ, ਨਿਵਾਰਨ ਵਾਲਾ ਹੈ। ਉਹ ਆਪਣੇ ਪਿਆਰਿਆਂ ਦਾ ਡਰ ਭੈ ਖਤਮ ਕਰਦਾ ਹੈ। ਹਉਮੈ ਮਾਰ ਮਿਲੇ ਭਗਤ ਹਾਰੇ। ਜਿਹੜੇ ਗੁਰਮੁਖ ਨੇ ਆਪਣੇ ਹਿਰਦੇ 'ਚੋਂ ਹਉਮੈ ਨੂੰ ਮਾਰ ਕੇ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਤੇ ਪੈਰ ਧਰ ਕੇ ਅਕਾਲ ਪੁਰਖ ਪਰਮੇਸ਼ਰ ਵਿੱਚ ਜਾ ਕੇ ਅਭੇਦ ਹੁੰਦੇ ਹਨ। ਅਨਕ ਯਤਨ ਕਰ ਕਾਲ ਸੰਤਾਏ। ਇਹ ਭਾਈ ਅਨੇਕਾਂ ਯਤਨਾਂ ਕਰਕੇ ਕਾਲ ਜੀਵ ਨੂੰ ਸਤਾਉਂਦਾ ਹੈ। ਕਈ ਵਾਰ ਕਾਲ ਆਪਣੇ ਦਰਸ਼ਨ ਦਿੰਦਾ ਜੀਵ ਨੂੰ। ਮਰਨ ਲਿਖਾਏ ਮੰਡਲ ਮਹਿ ਆਏ। ਇਸ ਮਾਤ ਲੋਕ ਦੀ ਧਰਤੀ ਦੇ ਉੱਤੇ ਜੀਵ ਦਾ ਆਉਣਾ ਹੋਇਆ ਹੀ ਤਾਂ ਹੈ ਜਦੋਂ ਪਹਿਲਾਂ ਮਰਨਾ ਲਿਖਿਆ ਗਿਆ ਹੈ। ਮਰਨਾ ਲਿਖਾ ਕੇ ਹੀ ਇਸ ਮਾਤ ਲੋਕ ਦੀ ਧਰਤੀ ਤੇ ਇਸ ਮਨੁੱਖ ਦਾ ਜੀਵ ਦਾ ਜਨਮ ਹੋਇਆ। ਕਾਲ ਅਨੇਕ ਪ੍ਰਕਾਰ ਨਾਲ ਸਤਾਉਂਦਾ ਹੈ ਜੀਵ ਨੂੰ। ਕਈ ਪ੍ਰਕਾਰ ਦਾ ਭਾਵ ਬਣਾ ਕੇ ਦਰਸ਼ਨ ਦਿੰਦਾ ਕਾਲ। ਉਦੋਂ ਕਹਿੰਦਾ ਬਸ ਹੁਣ ਤਾਂ ਮਰ ਗਿਆ, ਤੇ ਫਿਰ ਜਦੋਂ ਬਚ ਜਾਂਦਾ ਕਹਿੰਦਾ ਹਾਂ ਮਰਦਾ ਮਰਦਾ ਬਚ ਗਿਆ, ਮੁੜ ਕੇ ਫਿਰ ਮੌਤ ਭੁੱਲ ਜਾਂਦੀ ਹੈ। ਕਾਲ ਕਈ ਪ੍ਰਕਾਰ ਨਾਲ ਆ ਕੇ ਸਤਾਉਂਦਾ ਜੀਵ ਨੂੰ, ਵਿਖਾਉਂਦਾ ਆਪਣਾ ਆਪ ਵੀ ਮੈਂ ਹਾਂ, ਤੇ ਇੱਕ ਵਾਰੀ ਵੇਖ ਕੇ ਕਹਿ ਵੀ ਦਿੰਦਾ ਬੰਦਾ ਵੀ ਹਾਂ ਹੈ, ਮੁੜ ਕੇ ਫਿਰ ਭੁੱਲ ਜਾਂਦਾ। ਮਹਾਰਾਜ ਜੀ ਕਹਿੰਦੇ ਮਰਨਾ ਲਿਖਾ ਕੇ ਇਸ ਮਾਤ ਲੋਕ ਦੀ ਧਰਤੀ ਤੇ ਇਸ ਜੀਵ ਦਾ ਜਨਮ ਹੋਇਆ। ਜਨਮ ਪਦਾਰਥ ਦੁਬਦਾ ਖੋਵੈ। ਆਪਣੇ ਇਸ ਜਨਮ ਰੂਪੀ ਪਦਾਰਥ ਨੂੰ ਮਨਮੁਖ ਲੋਕਾਂ ਨੇ ਦੁਬਦਾ ਵਿੱਚ ਹੀ ਗਵਾ ਦਿੱਤਾ ਹੈ, ਦਵੈਸ਼ ਵਿੱਚ ਹੀ ਗਵਾ ਦਿੱਤਾ ਹੈ। ਕਰਾਂਗੇ ਜੀ ਭਗਤੀ, ਹਾਲੇ ਹੈ ਸਮਾਂ। ਉਸੇ ਦੁਬਦਾ ਦਵੈਸ਼ ਦੇ ਵਿੱਚ ਹੀ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ ਮਨਮੁਖਾਂ ਨੇ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਉਹਨਾਂ ਮਨਮੁਖਾਂ ਨੇ ਆਪਣਾ ਆਪ ਜਾਣਿਆ ਹੀ ਨਹੀਂ, ਚੀਨਿਆ ਹੀ ਨਹੀਂ, ਵੇਖਿਆ ਹੀ ਨਹੀਂ ਵੀ ਮੇਰਾ ਸਰੂਪ ਕੀ ਹੈ। ਭ੍ਰਮ ਭ੍ਰਮ ਕੇ ਰੋਂਦੇ ਹਨ, ਭਟਕਦੇ ਫਿਰਦੇ ਹਨ। ਉਹਨਾਂ ਦੇ ਪੱਲੇ ਰੋਣਾ ਹੀ ਪਿਆ ਰਹਿੰਦਾ ਹੈ। ਕਹਿਤੋ ਪੜਤੋ ਸੁਣਤੋ ਏਕ। ਗੁਰਮੁਖਾਂ ਦੀ ਇਹ ਅਵਸਥਾ ਹੈ। ਉਹ ਕਹਿੰਦੇ ਹਰ ਪਾਸੇ ਉਹੀ ਕਹਿ ਰਿਹਾ ਹੈ, ਮੈਂ ਉਸੇ ਨੂੰ ਸੁਣਦਾ ਹਾਂ, ਉਹੀ ਪੜਦਾ ਮੈਨੂੰ ਦਿਸਦਾ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਜਿਹੜੇ ਗੁਰਮੁਖ ਨੇ ਉਹ ਕਹਿੰਦੇ ਵੀ ਉਸ ਇੱਕ ਨੂੰ ਨੇ, ਸੁਣਦੇ ਵੀ ਇੱਕ ਨੂੰ ਨੇ, ਔਰ ਉਸ ਇੱਕ ਦੀ ਸਿਫਤ ਨੂੰ ਪੜ੍ਹਦੇ ਨੇ। ਇੱਕ ਨੂੰ ਹੀ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ, ਇੱਕ ਨੂੰ ਹੀ ਸੁਣਦੇ ਆ ਵਾਹਿਗੁਰੂ, ਤੇ ਜਦੋਂ ਪੜ੍ਹਦੇ ਆ ਇੱਕ ਨੂੰ ਹੀ ਪੜ੍ਹਦੇ ਆ। ਇਹੋ ਜਿਹਾ ਗੁਰਮੁਖਾਂ ਦਾ ਨਿਸ਼ਚਾ ਹੈ। ਧੀਰਜ ਧਰਮ ਧਰਣੀ ਧਰ ਟੇਕ। ਜਿਹੜੇ ਇਹੋ ਜਿਹੇ ਗੁਰਮੁਖ ਨੇ ਉਹਨਾਂ ਅੰਦਰ ਧੀਰਜ ਹੈ। ਧਰਮ ਸਹਿਤ ਉਹ ਧੀਰਜੀ ਹੁੰਦੇ ਨੇ। ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਟੇਕ ਹੈ ਉਹ ਇਸ ਧਰਣੀ ਤੇ ਧਰਤੀ ਤੋਂ ਵੀ ਵੱਧ ਟੇਕ ਆਸਰਾ ਅਕਾਲ ਪੁਰਖ ਪਰਮੇਸ਼ਰ ਦਾ ਪ੍ਰਾਪਤ ਹੈ। ਜਤ ਸਤ ਸੰਜਮ ਹਿਰਦੈ ਸਮਾਏ। ਜਤ ਸਤ ਸੰਜਮ ਆਦਿਕ ਜਿਤਨੇ ਵੀ ਸ਼ੁਭ ਗੁਣ ਨੇ ਮਹਾਰਾਜ ਜੀ ਕਹਿੰਦੇ ਗੁਰਮੁਖਾਂ ਦੇ ਹਿਰਦੇ 'ਚ ਸੁੱਤੇ ਸਿੱਧੀ ਸਮਾ ਜਾਂਦੇ ਆ। ਇਹ ਜਿਤਨੇ ਵੀ ਸ਼ੁਭ ਗੁਣ ਨੇ, ਜਤ ਸਤ ਸੰਜਮ ਆਦਿਕ, ਇਹ ਸਾਰੇ ਸ਼ੁਭ ਕਰਮ, ਸਾਰੇ ਸ਼ੁਭ ਗੁਣ, ਸਾਰੀ ਦੈਵੀ ਸੰਪਦਾ ਗੁਰਮੁਖਾਂ ਦੇ ਹਿਰਦਿਆਂ ਵਿੱਚ ਆ ਕੇ ਸੁੱਤੇ ਸਿੱਧ ਸਮਾ ਜਾਂਦੀ ਹੈ। ਚੌਥੇ ਪਦ ਕੋ ਜੇ ਮਨ ਪਤੀ ਆਏ। ਜੇ ਉਹਨਾਂ ਦਾ ਮਨ ਚੌਥੇ ਪਾਦ ਵਿੱਚ ਤੁਰਿਆ ਅਵਸਥਾ ਜਿਹੜੀ ਹੈ ਤਿੰਨਾਂ ਗੁਣਾਂ ਤੋਂ ਵੀ ਪਰੇ, ਤੇ ਤਿੰਨ ਅਵਸਥਾਵਾਂ ਜਿਹੜੀਆਂ ਜਾਗਰਤ, ਸਵਪਨ ਤੇ ਸੁਖੋਪਤੀ, ਨਾਲ ਤਿੰਨਾਂ 'ਚ ਆਪਾਂ ਸਾਰੇ ਰਹਿੰਦੇ ਹਾਂ। ਜਾਗਦੇ ਪਿਆ, ਹੁਣ ਬੈਠੇ, ਅੱਖਾਂ ਬੰਦ ਕੀਤੀਆਂ, ਸੁਪਨਾ ਆਉਣ ਲੱਗ ਪਿਆ, ਸੁਪਨਾ ਆ ਗਿਆ, ਉਹਨੂੰ ਸਵਪਨ ਅਵਸਥਾ ਕਹਿੰਦੇ ਆ। ਗੂੜੀ ਨੀਂਦ ਆ ਜਾਏ ਜਦੋਂ ਸੁਪਨਾ ਵੀ ਨਾ ਆਵੇ ਉਹਨੂੰ ਸੁਖੋਪਤੀ ਕਹਿੰਦੇ ਆ। ਇਹਨਾਂ ਤਿੰਨਾਂ ਦੇ ਫਿਰ ਦੇਜ ਅਭਿਮਾਨੀ ਨੇ ਜਿਨ੍ਹਾਂ ਨੂੰ ਵਿਸ਼ਵ ਤੈਜਸ ਤੇ ਪ੍ਰਗਿਆ ਕਹਿੰਦੇ ਆ।
ਉਹਨਾਂ ਦੀ ਅੱਗੇ ਵੱਖੋ ਵੱਖਰੀ ਫਿਰ ਪਰਿਭਾਸ਼ਾ ਦੱਸੀ ਜਾਂਦੀ ਹੈ। ਇਹਨਾਂ ਤਿੰਨਾਂ ਵਿੱਚ ਹੀ ਆ ਨਾ, ਆਪਾਂ ਸਾਰੇ ਕਦੇ ਜਾਗ ਪਏ, ਕਦੇ ਕੁਝ ਸੁੱਤੇ ਤੇ ਸੁਪਨੇ ਵਿੱਚ ਨੇ ਜਾਂ ਗੂੜੀ ਨੀਂਦ ਵਿੱਚ, ਤਿੰਨਾਂ 'ਚ ਹੀ ਵਿਚਰਦਾ ਸਾਰਾ ਸੰਸਾਰ। ਪਰ ਰੱਬ ਦੇ ਪਿਆਰੇ ਇਹਨਾਂ ਤਿੰਨਾਂ ਤੋਂ ਪਰੇ ਜਿਹੜਾ ਇਹਨਾਂ ਤਿੰਨਾਂ ਦਾ ਸਾਖਸ਼ੀ ਸਰੂਪ ਹੈ, ਉਹਨੂੰ ਤੁਰੀਆ ਅਵਸਥਾ ਕਹਿੰਦੇ ਨੇ, ਉਹ ਉੱਥੇ ਜਾ ਕੇ ਸਮਾ ਜਾਂਦੇ ਨੇ। ਤੀਨ ਵਿਆਪ ਹੈ ਜਗਤ ਕੋ ਤੁਰੀਆ ਪਾਵ, ਜਾਗਰ ਸੁਪਨ ਸੁਖੋਪਤੀ ਤਾਂ ਸਾਰਿਆਂ ਨੂੰ ਵਿਆਪਦੀ ਹੈ, ਪਰ ਇਹਨਾਂ ਤਿੰਨਾਂ ਤੋਂ ਉੱਪਰ ਜਿਹੜੀ ਤੁਰੀਆ ਪਦਵੀ ਹੈ, ਉਹ ਤਾਂ ਕੋਈ ਵਿਰਲਾ ਗੁਰਮੁਖ ਪ੍ਰਾਪਤ ਕਰਦਾ, ਉਹਦਾ ਮਨ ਉੱਥੇ ਪਤੀਜ ਜਾਂਦਾ, ਉੱਥੇ ਹੀ ਫਿਰ ਰਹਿੰਦਾ ਮਨ। ਪਤਿਆਏ ਦਾ ਮਤਲਬ ਹੁੰਦਾ ਵੀ ਉੱਥੇ ਹੀ ਰਹਿੰਦਾ, ਫਿਰ ਉੱਥੋਂ ਫਿਰ ਉਹਨਾਂ ਦਾ ਮਨ ਥੱਲੇ ਨਹੀਂ ਆਉਂਦਾ। ਹਾਂਜੀ, ਸਾਚੇ ਨਿਰਮਲ ਮੈਲ ਨਾ ਲਾਗੈ। ਜਿਹੜੇ ਸੱਚੇ ਨੇ ਉਹ ਨਿਰਮਲ ਨੇ, ਇਤਨੇ ਨਿਰਮਲ ਕਿ ਉਹਨਾਂ ਨੂੰ ਮੁੜ ਕੇ ਕਦੇ ਕਿਸੇ ਪ੍ਰਕਾਰ ਦੇ ਪਾਪ ਕਰਮ ਦੀ ਮੈਲ ਨਹੀਂ ਲੱਗਦੀ। ਗੁਰ ਕੈ ਸ਼ਬਦ ਭਰਮ ਭਉ ਭਾਗੈ। ਗੁਰੂ ਕੇ ਸ਼ਬਦ ਦੁਆਰਾ ਗੁਰਮੁਖਾਂ ਦੇ ਹਿਰਦੇ ਵਿੱਚੋਂ ਭਰਮ ਤੇ ਡਰ ਦੋਵੇਂ ਭੱਜ ਜਾਂਦੇ ਹਨ। ਜਦੋਂ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਦੇ ਨੇ, ਗੁਰਸਿੱਖ ਗੁਰੂ ਕੇ ਉਪਦੇਸ਼ ਨੂੰ ਸੁਣਦੇ ਨੇ, ਤਾਂ ਗੁਰੂ ਕੇ ਉਪਦੇਸ਼ ਦੁਆਰਾ, ਗੁਰੂ ਕੇ ਸ਼ਬਦ ਦੁਆਰਾ ਗੁਰਸਿੱਖਾਂ ਦੇ ਹਿਰਦਿਆਂ ਚੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ। ਉਹ ਭਰਮ ਤੋਂ ਵੀ ਰਹਿਤ ਹੋ ਜਾਂਦੇ ਨੇ ਤੇ ਭਉ ਡਰ ਤੋਂ ਵੀ ਰਹਿਤ ਹੋ ਜਾਂਦੇ ਨੇ। ਉਹਨਾਂ ਨੂੰ ਸੰਸਾਰ, ਕਿਉਂਕਿ ਜਿੱਥੇ ਭਰਮ ਹੈ ਉੱਥੇ ਡਰ ਹੈ, ਤੋ ਭਰਮ ਭਉ ਉਹਨਾਂ ਦੇ ਹਿਰਦੇ ਚੋਂ ਭੱਜ ਜਾਂਦਾ ਹੈ। ਸੂਰਤ ਮੂਰਤ ਆਦ ਅਨੂਪ। ਵਾਹਿਗੁਰੂ ਪਰਮੇਸ਼ਰ ਜੋ ਸਾਰਿਆਂ ਦਾ ਆਦ ਮੁੱਢ ਤੇ ਅਨੂਪ ਉਪਮਾ ਤੋਂ ਰਹਿਤ ਹੈ, ਉਸ ਦੀ ਸੂਰਤ ਬੜੀ ਸੁੰਦਰ ਹੈ, ਉਸ ਦੀ ਮੂਰਤ ਬੜੀ ਸੁੰਦਰ ਹੈ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨਕ ਜਿਨ ਲਮੜੇ ਵਾਲਾ। ਮੂਰਤ ਇਹ ਹੈ ਮੂਰਤ ਉਸ ਦੀ ਬੜੀ ਸੁੰਦਰ ਸਰੂਪ। ਨਿਰਜਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ। ਬੜਾ ਸੋਹਣਾ ਸਰੂਪ ਹੈ ਵਾਹਿਗੁਰੂ ਜੀ ਦਾ, ਤੇ ਬੜਾ ਸੋਹਣਾ ਸੂਰਤ, ਬੜੀ ਸੁੰਦਰ ਸੂਰਤ ਹੈ। ਮੂਰਤ ਇਹੋ ਜੀ ਸੋਹਣੀ ਮੂਰਤ, ਔਰ ਅਨੂਪ, ਉਸ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਨਾਨਕ ਜਾਚੈ ਸਾਚ ਸਰੂਪ। ਮਹਾਰਾਜ ਜੀ ਫਰਮਾਉਂਦੇ ਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ, ਹੇ ਵਾਹਿਗੁਰੂ ਜੀ, ਮੈਂ ਤੁਹਾਡਾ ਸੱਚਾ ਸਰੂਪ ਮੰਗਦਾ, ਮੈਨੂੰ ਆਪਣੇ ਸੱਚੇ ਸਰੂਪ ਦੇ ਦਰਸ਼ਨ ਬਖਸ਼ੋ। ਜੋ ਤੁਹਾਡਾ ਸੱਚ ਸਰੂਪ ਹੈ, ਮੈਨੂੰ ਉਹਦੇ ਦੀਦਾਰ ਬਖਸ਼ੋ ਮਹਾਰਾਜ। ਇਹ ਮੰਗ ਮੈਂ ਆਪ ਜੀ ਦੇ ਚਰਨਾਂ ਚੋਂ ਕਰਦਾ ਹਾਂ। ਇਹ ਲੜੀਵਾਰ ਕਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦਾਂ ਦੀ ਆਪ ਜੀ ਨੇ ਸਰਵਣ ਕੀਤੀ ਹੈ। ਹੁਕਮਨਾਮਾ ਕੱਢ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।